ਪੰਜਾਬੀ ਰੇਡੀਓ USA ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਮੇਰੇ ਨਾਲ ਉੱਘੇ ਪੱਤਰਕਾਰ ਅਤੇ ਲੇਖਕ ਦੀਪਕ ਸ਼ਰਮਾ ਚਨਾਥਲ ਜੀ। ਦੀਪਕ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਵਕਤ ਚੱਲ ਰਿਹਾ ਹੈ। 31 ਦਸੰਬਰ ਅਖੀਰਲੀ ਤਰੀਕ ਹੈ। ਉਸ ਤੋਂ ਪਹਿਲਾਂ ਆਪਣੀ ਹੈਲਥ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ, ਲਾਲੀ ਗਰੇਵਾਲ ਫਰੀਮੌਂਟ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਕਰਨਾ ਚਾਹੁੰਦੇ ਹੋ, ਕਾਲ ਕਰੋ 408-272-5200 4082725200 ਦੇ ਉੱਤੇ। ਦੀਪਕ ਜੀ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੱਲ ਵੀ ਆਪਾਂ ਗੱਲ ਕੀਤੀ, ਜਿਹੜੇ ਵਿਧਾਨ ਸਭਾ ਦਾ ਸੈਸ਼ਨ ਇਤਿਹਾਸਿਕ ਜਿਹੜੇ ਆ ਸ਼ਹਿਰ ਦੇ ਵਿੱਚ ਲਾਇਆ, ਪਰ ਇਤਿਹਾਸ ਨਹੀਂ ਬਣਿਆ। ਇੱਕ ਹੋਰ ਨਵਾਂ ਇਤਿਹਾਸ ਇਸ ਦੇ ਵਿੱਚ ਬਣ ਗਿਆ। ਕਹਿੰਦੇ ਵੀ ਇਹ ਬਹੁਤ ਸੂਬਿਆਂ ਦੇ ਵਿੱਚ ਗਏ, ਤਕਰੀਬਨ 28 ਸੂਬਿਆਂ 'ਚ ਜਾ ਕੇ ਸੱਦਾ ਪੱਤਰ ਦਿੱਤਾ, ਪਰ ਆਇਆ ਕਹਿੰਦੇ ਇੱਕ ਵੀ ਨਹੀਂ। ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ। ਇਸ ਤੋਂ ਪਹਿਲਾਂ ਵੀ ਸ਼ਤਾਬਦੀਆਂ ਹੋਈਆਂ ਨੇ ਤੇ ਵੱਖ-ਵੱਖ ਉਸ ਸਮੇਂ ਦੀਆਂ ਸਰਕਾਰਾਂ ਨੇ ਵੀ ਚਲੋ ਆਪਣੇ ਆਪਣੇ ਤਰੀਕੇ ਨਾਲ ਇਸ ਨੂੰ ਮਨਾਉਣ ਦੀਆਂ ਯਤਨ ਕੀਤੇ ਨੇ। ਚਾਹੇ ਬਾਦਲ ਦਲ ਦਾ ਰਾਜ ਸੀਗਾ, ਜਦੋਂ ਤਾਂ SGPC ਦੀ ਸਟੇਜ ਹੀ ਅਕਾਲੀ ਦਲ ਵਰਤ ਲੈਂਦਾ ਸੀਗਾ, ਤਦ ਤਾਂ ਕੋਈ ਮਸਲਾ ਨਹੀਂ ਸੀਗਾ ਕਿ ਸਰਕਾਰ ਵੱਖਰੀ ਤੇ ਇਹ ਸਟੇਜ ਵੱਖਰੀ। ਤੇ ਕੈਪਟਨ ਦੇ ਸਮੇਂ ਵੀ ਜੇ ਕੁਝ ਪ੍ਰੋਗਰਾਮ ਹੋਏ ਤਾਂ ਉਹਨਾਂ ਨੇ ਚਲੋ ਆਪਣੀ ਸਟੇਜ ਵੀ ਲਾਈ, ਪਰ ਹੁਣ ਇਹਨਾਂ ਨੇ ਵੀ ਆਪਣੇ ਵੱਖਰੇ ਪ੍ਰੋਗਰਾਮ ਲਿਖੇ, ਜਦੋਂ ਕਿਹਾ ਜਾ ਸੀਗਾ ਕਿ ਇਕੱਠੇ ਹੋਣੇ ਚਾਹੀਦੇ ਨੇ। ਵੈਸੇ ਜੇ ਇਕੱਠਿਆਂ ਵਾਲੀ ਗੱਲ ਹੋਵੇ ਤਾਂ ਕਿਹਾ ਤਾਂ ਇਹ ਵੀ ਜਾ ਰਿਹਾ ਕਿ ਜੇ ਜਦਰ ਗਿਆਨੀ ਕੁਲਦੀਪ ਸਿੰਘ ਗੜਗਾਜੀ ਸਿਆਣਪ ਕਰਦੇ ਕਿ ਭਾਈ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜਾਂ ਦਿੱਲੀ ਤੋਂ ਇੱਕ ਨਗਰ ਕੀਰਤਨ ਤੁਰੂਗਾ, ਸਾਰੇ ਨਗਰ ਕੀਰਤਨ ਉਹਦੇ ਵਿੱਚ ਸ਼ਾਮਲ ਹੁੰਦੇ ਜਾਣ, ਜਿੱਥੋਂ ਜਿਹੜੇ ਵੀ ਆਉਣੇ ਨੇ ਇੱਕ ਨਗਰ ਕੀਰਤਨ ਦੇ ਰੂਪ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਉਹਨੂੰ ਸੰਪੰਨ ਕਰਾਂਗੇ, ਕਿ ਫਿਰ ਤਾਂ ਉਹ ਸਾਂਝੀਵਾਲਤਾ ਦਾ ਮੈਸੇਜ ਜਾਂਦਾ। ਜਦੋਂ ਆਪਣੇ ਆਪਣੇ ਝੰਡੇ, ਆਪਣੇ ਆਪਣੇ ਬੈਨਰ, ਆਪਣਾ ਆਪਣਾ ਦਿਖਾਵਾ, ਆਪਣੇ ਆਪਣੇ ਬੋਰਡ, ਫਿਰ ਉਹਦੇ ਵਿੱਚ ਕਹਿੰਦੇ ਕਿ ਏਕਤਾ ਦਾ ਸੁਨੇਹਾ ਨਹੀਂ ਗਿਆ। ਇਸ ਲਈ ਸਰਕਾਰ ਤਾਂ ਬਿਲਕੁਲ ਆਪਣਾ ਵੱਖਰਾ ਪ੍ਰਦਰਸ਼ਨ ਕਰਨਾ ਚਾਹੁੰਦੀ ਸੀ। SGPC ਆਪਣੇ ਤਰੀਕੇ ਕਾਰਨ ਨਾਲ ਮਨਾ ਰਹੀ ਸੀ ਤੇ ਉੱਥੇ ਕਿਹਾ ਜਾ ਰਿਹਾ ਸੀਗਾ ਵੀ ਕਿ ਘੱਟੋ ਘੱਟ ਇਕੱਠੇ ਹੋ ਕੇ ਜੇ ਮਨਾਉਂਦੇ ਤਾਂ ਸਰਕਾਰ ਚੰਗਾ ਹੁੰਦਾ, ਪਰ ਕਿਸੇ ਪਾਸਿਓਂ ਵੀ ਅਜਿਹੀ ਪਹਿਲਕਦਮੀ ਹੋਈ ਨਹੀਂ। ਪਰ ਸਰਕਾਰ ਨੇ ਆਪਣੇ ਸਰਕਾਰੀ ਸ਼ਤਾਬਦੀ ਸਮਾਗਮ ਨੂੰ ਵੱਡਾ ਕਰਨ ਦੇ ਲਈ ਚੇਚਾ ਇੱਕ ਪ੍ਰੋਗਰਾਮ ਬਣਾਇਆ, ਜਿਹਦੇ ਵਿੱਚ ਸੱਭਿਆਚਾਰਕ ਵਿਭਾਗ ਦੇ ਮੰਤਰੀ, ਜਿਹਦੇ ਵਿੱਚ ਉਸ ਖੇਤਰ ਤੋਂ ਆਉਂਦੇ ਮੰਤਰੀ ਹਰਜੋਤ ਬੈਂਸ ਤੇ ਉਹ ਤੋਂ ਬਾਅਦ ਵੱਖ-ਵੱਖ ਸੱਭਿਆਚਾਰਕ ਮਾਮਲਿਆਂ ਨਾਲ ਸੰਬੰਧਿਤ ਇਹਨਾਂ ਦੇ ਨੁਮਾਇੰਦੇ, ਕੋਈ ਚੇਅਰਮੈਨ, ਕੋਈ ਕੁਛ। ਇਹ ਟੀਮਾਂ ਦਿੱਲੀ ਤੋਂ ਲੈ ਕੇ ਦੇਸ਼ ਭਰ ਦੇ ਸੂਬਿਆਂ 'ਚ ਘੁੰਮੀਆਂ। ਰਾਜਕਰਨਵੀਰ ਜੀ ਖੁਦ ਹਰਜੋਤ ਬੈਂਸ ਦੱਸ ਰਹੇ ਸੀ ਇਹਨਾਂ ਦੀ ਹੀ ਸਟੇਜ ਤੋਂ ਕਿ ਅਸੀਂ 28 ਸੂਬਿਆਂ 'ਚ ਗਏ ਹਾਂ। ਦੇਖ ਲਓ, ਦੇਸ਼ ਦਾ ਪ੍ਰਧਾਨ ਮੰਤਰੀ ਸੱਦਾ ਪੱਤਰ ਲੈਣ ਲਈ ਵੀ ਇਹਨਾਂ ਨੂੰ ਟਾਈਮ ਨਹੀਂ ਦਿੰਦਾ। ਦੇਸ਼ ਦਾ ਪ੍ਰਧਾਨ ਮੰਤਰੀ 350 ਸਾਲਾ ਸ਼ਹੀਦੀ ਦਿਹਾੜੇ ਤੇ ਹਰਿਆਣੇ ਦੀ ਹੱਦ ਤੇ ਆ ਕੇ ਰੁਕ ਜਾਂਦਾ, ਉਹ ਸ਼੍ਰੀ ਅਨੰਦਪੁਰ ਸਾਹਿਬ ਵੀ ਨਹੀਂ ਆਉਂਦਾ। ਇਸ ਤੋਂ ਬਾਅਦ ਇਹ ਗ੍ਰਹਿ ਮੰਤਰੀ ਨੂੰ ਸੱਦਾ ਦੇ ਕੇ ਆਉਂਦੇ ਨੇ, ਰਾਸ਼ਟਰਪਤੀ ਨੂੰ ਸੱਦਾ ਦੇ ਕੇ ਆਉਂਦੇ ਨੇ। ਇਹ 28 ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਤੇ ਵੱਖ-ਵੱਖ ਰਾਜਪਾਲ, ਉਪ ਰਾਜਪਾਲਾਂ ਨੂੰ ਸੱਦਾ ਦੇ ਕੇ ਆਉਂਦੇ ਨੇ। ਪੰਜਾਬ ਦੇ ਰਾਜਪਾਲ ਤੋਂ ਇਲਾਵਾ ਕਿਸੇ ਵੀ ਸੂਬੇ ਦਾ ਮੁੱਖ ਮੰਤਰੀ, ਕਿਸੇ ਵੀ ਸੂਬੇ ਦਾ ਰਾਜਪਾਲ 350 ਸਾਲਾ ਸ਼ਹੀਦੀ ਸਮਾਗਮ 'ਚ ਨਹੀਂ ਆਇਆ। ਇੱਕ ਵੀ ਕੇਂਦਰੀ ਮੰਤਰੀ, ਕੇਂਦਰ ਦਾ ਇੱਕ ਵੀ ਨੁਮਾਇੰਦਾ, ਇਹਨਾਂ ਦੀ ਸਟੇਜ ਤਾਂ ਛੱਡੋ, ਸ਼੍ਰੋਮਣੀ ਕਮੇਟੀ ਦੀ ਸਟੇਜ ਤੇ ਵੀ ਕੋਈ ਨਹੀਂ ਆਇਆ। ਇਸ ਤੋਂ ਪਹਿਲਾਂ ਮੇਰੇ ਧਿਆਨ 'ਚ ਜਦੋਂ ਵਾਜਪਾਈ ਦੀ ਸਰਕਾਰ 'ਚ 300 ਸਾਲਾ ਮਨਾਇਆ ਗਿਆ ਸੀ ਤਾਂ ਵੱਖੋ-ਵੱਖ ਸੂਬਿਆਂ ਦੇ ਨੁਮਾਇੰਦੇ ਵੱਖੋ-ਵੱਖ ਦਿਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਸਟੇਜਾਂ ਤੇ ਆਉਂਦੇ ਰਹੇ। ਹੁਣ ਸਵਾਲ ਇਹ ਹੈ ਕਿ ਇਹਦਾ ਮਤਲਬ ਇਹ ਨਹੀਂਗਾ ਕਿ ਕਿਸੇ ਇੱਕ ਧਿਰ ਨੇ ਰੋਕ ਤੇ।
ਸਵਾਲ ਇਹ ਹੈ ਕਿ ਸਾਰੇ ਹੀ ਕਿਉਂ ਨਹੀਂ ਆ ਪਾਏ। ਹੁਣ ਸਾਰਿਆਂ ਲਈ ਇਹ ਤਾਂ ਨਹੀਂ ਹੋ ਸਕਦਾ ਟਾਈਮ ਨਹੀਂ ਲੱਗਿਆ ਜੀ, ਇਹ ਤੇ ਗੱਲ ਸਹੀ। ਸਾਰਿਆਂ ਲਈ ਇਹ ਵੀ ਨਹੀਂ ਹੋ ਸਕਦਾ ਜੀ ਕਿ ਸਾਰਿਆਂ ਨੇ ਕੋਈ ਵਿਉਂਤ ਬਣਾ ਲਈ ਆਪਸ ਦੇ ਵਿੱਚ। ਮਤਲਬ ਕਿਸੇ ਇੱਕ ਧਿਰ ਨਾਲ ਸੰਬੰਧਿਤ ਆਪਾਂ ਕਹੀਏ ਕਿ ਡਬਲ ਇੰਜਨ ਵਾਲੇ ਇਕੱਠੇ ਹੋ ਕੇ ਸੋਚ ਕੇ ਲੈਣ ਜੀ ਅਸੀਂ ਨਹੀਂ ਜਾਣਾ, ਇਹਨਾਂ ਦੀ ਸਟੇਜ ਤੇ ਅਸੀਂ ਆਪਣਾ ਵੱਖਰਾ ਕਰਾਂਗੇ, ਪਰ ਬਾਕੀ ਸੂਬੇ ਜਿਹੜੇ ਇਹਨਾਂ ਦੇ ਨਾਲ ਬੈਠਦੇ ਨੇ, ਇਹਨਾਂ ਦੇ ਨਾਲ ਵਿਚਰਦੇ ਨੇ, ਇਹਨਾਂ ਦੇ ਗਰੁੱਪ 'ਚ ਵੀ ਨੇ, ਉਹ ਵੀ ਕਿਉਂ ਨਹੀਂ ਆਏ, ਉਹ ਨੁਮਾਇੰਦੇ ਕਿਉਂ ਨਹੀਂ ਆਏ? ਸਵਾਲ ਇਹ ਹੁਣ ਅਮਨ ਅਰੋੜਾ ਨੂੰ ਮੈਂ ਸੁਣ ਰਿਹਾ ਸੀ, ਉਹ ਕਹਿੰਦਾ ਜੀ ਅਸੀਂ ਉਡੀਕ ਰਹੇ ਹਾਂ, ਇਹ ਕਹਿੰਦੇ ਜੀ ਅਸੀਂ ਤਾਂ ਸੱਦਾ ਦੇ ਕੇ ਆਏ ਸੀ। ਮਤਲਬ ਇਹਦਾ ਮਤਲਬ ਤੁਸੀਂ ਸਿਰਫ ਸੋਸ਼ਲ ਮੀਡੀਆ ਤੇ ਦਿਖਦੇ ਹੋ, ਉਹੀ ਗੱਲ, ਤੁਸੀਂ ਸੱਦੇ ਦਿੱਤੇ, ਫੋਟੋਆਂ ਖਿਚਾਈਆਂ, ਸੋਸ਼ਲ ਮੀਡੀਆ ਤੇ ਪਾਈਆਂ, ਤੁਹਾਡੀ ਜ਼ਿੰਮੇਵਾਰੀ ਖਤਮ। ਜਾਂ ਤਾਂ ਤੁਹਾਨੂੰ ਸਮਝ ਨਹੀਂ, ਜਾਂ ਤੁਹਾਨੂੰ ਸੱਦਣਾ ਨਹੀਂ ਆਉਂਦਾ, ਜਾਂ ਤੁਹਾਨੂੰ ਤਾਲਮੇਲ ਨਹੀਂ ਕਰਨਾ ਆਉਂਦਾ। ਕੀ ਉਹਨਾਂ ਨਾਲ ਮੁੜ ਕੇ ਕੋਈ ਰਾਬਤਾ ਹੋਇਆ? ਕੀ ਕੋਈ ਕਮੇਟੀ ਬਣੀ ਸੀ ਜਿਹਨੇ ਰਾਬਤਾ ਕਰਨਾ ਸੀ? ਜਿਹੜਾ ਅਮਨ ਅਰੋੜਾ ਮੰਤਰੀ ਵੀ ਹੈ ਤੇ ਪ੍ਰਧਾਨ ਵੀ ਹੈ, ਜਿਹੜਾ ਇਹ ਕਹਿ ਰਿਹਾ ਕਿ ਅਸੀਂ ਉਡੀਕ ਰਹੇ ਹਾਂ ਜੀ ਕੋਈ ਨਹੀਂ ਆਇਆ, ਉਹਨੂੰ ਪਤਾ ਹੋਣਾ ਚਾਹੀਦਾ ਕਿ ਇੱਕ ਪ੍ਰੋਟੋਕਾਲ ਹੁੰਦਾ ਹੈ। ਜੇ ਤੁਹਾਡੇ ਮੁੱਖ ਮੰਤਰੀ ਦੇ ਮੁੱਖ ਮੰਤਰੀ ਕੇਜਰੀਵਾਲ ਲਈ ਗੱਡੀਆਂ ਲੱਗਦੀਆਂ, ਚੌਪਰ ਲੱਗਦੇ ਨੇ, ਤਾਂ ਬਾਕੀ ਮੁੱਖ ਮੰਤਰੀਆਂ ਲਈ ਵੀ ਇਸੇ ਤਰ੍ਹਾਂ ਸਿਸਟਮ ਸੀਗਾ। ਕੀ ਕੋਈ ਅਜਿਹਾ ਤਾਲਮੇਲ ਹੋਇਆ ਕਿ ਕਿਸੇ ਨੇ ਸੂਚਿਤ ਕੀਤਾ, ਤੁਸੀਂ ਉਹਦਾ ਪ੍ਰਬੰਧ ਕੀਤਾ? ਕੋਈ ਸਵਾਗਤੀ ਕਮੇਟੀ, ਕੋਈ ਸਿਕਿਉਰਿਟੀ ਕਮੇਟੀ ਹੈ, ਕੋਈ ਇੰਟੈਲੀਜੈਂਸੀ ਆਪਸ ਦੇ ਵਿੱਚ ਤਾਲਮੇਲ? ਇਹਦਾ ਮਤਲਬ ਕਿਸੇ ਨੇ ਤੁਹਾਡਾ ਸੱਦਾ ਪ੍ਰਵਾਨ ਨਹੀਂ ਕੀਤਾ, ਜਾਂ SGPC ਔਰ ਸਰਕਾਰ ਦੇ ਵਿਚਾਲੇ ਜਿਹੜਾ ਟਕਰਾਅ ਸੀ ਉਹ ਕਾਰਨ ਬਣਿਆ ਕਿ ਕੋਈ ਰਾਜਨੀਤਿਕ ਧਿਰ ਨੇ ਤੇ ਰੁਖ ਨਹੀਂ ਕੀਤਾ। ਕਿੱਥੇ ਕਮੀ ਰਹੀ? ਇਹ ਵਾਚਨ ਦੀ ਲੋੜ ਹੈ ਕਿ ਕਿਉਂ ਇਹ ਕਾਰਨ ਬਣਿਆ ਕਿ ਕਿਸੇ ਵੀ ਰਾਜਨੀਤਿਕ ਧਿਰ ਨੇ, ਕਿਸੇ ਵੀ ਰਾਜਨੀਤਿਕ ਨੁਮਾਇੰਦੇ ਨੇ, ਚੁਣੇ ਲੋਕਾਂ ਦੇ ਨੁਮਾਇੰਦੇ ਨੇ ਸਰਕਾਰੀ ਸਟੇਜ ਤੇ ਵੀ ਔਰ SGPC ਸਟੇਜ ਤੇ ਆਉਣ ਦਾ ਪ੍ਰਵਾਨ ਨਹੀਂ ਕੀਤਾ ਜਾਂ ਆਉਣ ਤੋਂ ਪਾਸਾ ਵਟਿਆ। ਇਹਦੇ ਕਾਰਨ ਵੀ ਸਮਝਣ ਦੀ ਲੋੜ ਹੈ। ਸੋ ਇਹ ਤਾਂ ਕਾਫੀ ਸਰਕਾਰ ਦੀ ਫਿਰ ਕਿਰਕਰੀ ਆ, ਇਹ ਸਾਰੇ ਪਾਸੇ ਹੀ ਜਿਹੜੀ ਇਹ ਕਿਰਕਰੀ ਆ, ਇੰਨਾ ਜਿਹੜਾ ਸਾਈਡ ਲਾਈਨ ਤੇ ਕਰ ਦੇਣਾ, ਇਹਦੇ ਹੋਰ ਮਾਇਨੇ ਕੀ ਆ? ਕੀ ਕੋਈ ਰਾਜਨੀਤਿਕ? ਨਹੀਂ, ਦੇਖੋ ਇੱਧਰ ਇਹਦਾ ਮਤਲਬ ਇਹ ਹੈ ਕਿ ਤੁਸੀਂ ਕੇਜਰੀਵਾਲ ਦਾ ਹੀ ਚਿਹਰਾ ਦਿਖਾਉਣਾ ਚਾਹੁੰਦੇ ਹੋ ਬਸ, ਸਿਰਫ ਤੇ ਸਿਰਫ ਕਿ ਜੀ ਰਸਮੀ ਤੌਰ ਤੇ ਦਿਆਓ, ਜ਼ੋਰ ਜਮਾਇਤੀ ਨਾ ਕਰੋ, ਕੋਈ ਧੱਕਾ ਨਾ ਕਰੋ, ਫਿਰ ਆਉਣਗੇ ਉਹ ਦਿਖਣਗੇ, ਉਹਨਾਂ ਦੀ ਵੀਡੀਓ ਚੱਲਣਗੀਆਂ, ਉਹ ਚਿਲੇ ਮੇਰੇ ਬਣਨਗੇ। ਇੱਥੇ ਇੱਕੋ ਮੁੱਖ ਮਹਿਮਾਨ ਪੱਕਾ ਹੀ ਰੱਖਿਆ ਵਾ, ਜੇਬ ਚ ਪਾ ਕੇ ਨਾਲੇ ਤੁਰੇ ਰਹਿੰਦੇ ਇਹਨਾਂ ਨੂੰ, ਠੀਕ ਹੈ ਨਾ? ਉਹ ਹੈ। ਦੂਏ ਪਾਸੇ ਸੀਗਾ ਕਿ ਸੁਖਬੀਰ ਬਾਦਲ ਤੋਂ ਵੱਡਾ ਨਾ ਕੋਈ ਹੋ ਜਾਵੇ, ਜਾਂ ਉਹਨਾਂ ਨੇ ਬੁਲਾਏ ਹੋ ਨਹੀਂ ਗਏ, ਉਹਨਾਂ ਨੇ ਤਾਂ ਪਹੁੰਚ ਹੀ ਨਹੀਂ ਕੀਤੀ ਕਿ SGPC ਨੇ ਪਹੁੰਚ ਕੀਤੀ। ਇਹਦਾ ਅੱਜ SGPC ਨੇ ਉਸ ਪਾਸੇ ਜਵਾਬ ਨਹੀਂ ਦਿੱਤਾ। ਮੈਨੂੰ ਲੱਗਦਾ SGPC ਨੇ ਕਿਸੇ ਤੱਕ ਪਹੁੰਚ ਹੀ ਨਹੀਂ ਕੀਤੀ, ਉਹਨੇ ਖੁੱਲਾ ਸੱਦਾ ਦੇ ਕੇ ਛੱਡਤਾ। ਪਰ ਸਰਕਾਰ ਤਾਂ ਬੋੜੀ ਸੀ, ਹਰੇਕ ਦੇ ਬੂਹੇ ਤੇ ਚੌਪਰ ਲੈ ਉੜੇ ਸੀ, ਜਹਾਜ਼ ਚੜ ਗਏ ਸੀ, ਹੈਨਾ, ਸਨਮਾਨਿਤ ਕਰਕੇ ਆਏ ਸੀ ਸਾਰਿਆਂ ਨੂੰ। ਆਪ ਕਹਿੰਦੇ ਨੇ ਕਿ ਕਈਆਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ, ਵਾਅਦਾ ਕਰਕੇ ਵੀ ਕਿਉਂ ਨਹੀਂ ਆਏ? ਸੋ ਇਹਦੇ ਰਾਜਨੀਤਿਕ ਕਾਰਨ ਨੇ, ਇਹਦੇ ਸਮਾਜਿਕ ਕਾਰਨ ਨੇ, ਇਹਦੀ ਮੇਜ਼ਬਾਨੀ 'ਚ ਕੋਈ ਕਮੀ ਹੈ, ਜਾਂ ਇਹਦੇ ਵਿੱਚ ਕੋਈ ਸਿਆਸਤ, ਕੋਈ ਏਜੰਡਾ ਕੰਮ ਕਰ ਗਿਆ? ਦੇਖੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਚਿੱਥਣ ਵਾਲੀਆਂ ਆ, ਤੇ ਇਹਦਾ ਪਤਾ ਲੱਗੂਗਾ। ਪਤਾ ਹੀ ਆ ਉੱਦਾਂ ਤਾਂ ਧਰਾਤਲ ਤੇ ਦੀਪਕ ਜੀ ਤੁਸੀਂ ਰਹਿੰਦੇ ਆ, ਜਿਹੜੀ ਤੁਸੀਂ ਗੱਲ ਪਹਿਲਾਂ ਕਹਿ ਰਹੇ ਸੀ ਵੀ ਜਾਂ ਉਹਨਾਂ ਨਾਲ ਰਲ ਜਾਂਦੇ ਜਾਂ ਇਹ ਉਹਨਾਂ ਨਾਲ ਰਲ ਜਾਂਦੇ, ਲੋਕ ਕੀ ਕਹਿੰਦੇ ਇਸ ਚੀਜ਼ ਬਾਰੇ? ਹੋ ਸਕਦਾ ਰਲ ਕੱਟ ਇਕੱਠੇ ਹੋ ਸਕਦੇ? ਲੋਕਾਂ ਨੇ ਕੀ ਕਹਿਣਾ ਹੈ, ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਸੰਗਤ ਵੀ ਨਹੀਂ ਉਵੇਂ ਸੱਦ ਸਕੇ। ਅੱਛਾ ਜੀ ਹਾਂ, ਮੈਂ ਅੱਜ ਤੋਂ 3 ਦਿਨ ਪਹਿਲਾਂ ਵੀ ਸ਼ਤਾਬਦੀ ਵਾਲੇ, ਮਤਲਬ 1 ਦਿਨ ਪਹਿਲਾਂ ਵੀ ਉਤੋਂ, ਤੇ ਕੱਲ ਦਾ ਪੂਰਾ ਰਾਤ ਵੀ ਉੱਥੇ ਸ਼੍ਰੀ ਅਨੰਦਪੁਰ ਸਾਹਿਬ ਸੀਗੇ, ਹੈ ਨਾ, ਦੀਵਾਨਾ ਚ ਹਾਜ਼ਰੀ ਭਰੀ ਹੈ, ਉੱਥੇ ਕਵੀ ਦਰਬਾਰ ਸੀਗੇ SGPC ਵੱਲੋਂ। ਉਹਨਾਂ ਚ ਸੰਗਤ ਲਈ ਸਰਕਾਰੀ ਬੱਸਾਂ ਦਾ ਪ੍ਰਬੰਧ ਕੀਤਾ ਆਮ ਆਦਮੀ ਪਾਰਟੀ ਨੇ। ਹੁਣ ਉਹ ਰੂਟ ਤੋਂ ਬੱਸਾਂ ਚੱਕ ਲਈਆਂ, ਉਹ ਰੂਟ ਵਾਲੇ ਲੋਕ ਔਖੇ ਹੋਏ ਨਹੀਂ ਹੋਏ, ਇਹਨਾਂ ਲਈ ਇਹ ਸਵਾਲ ਨਹੀਂ ਸੀ। ਪਰ ਜਿਹੜੀਆਂ ਬੱਸਾਂ ਵੱਖੋ-ਵੱਖ ਖੇਤਰਾਂ ਤੋਂ ਆਈਆਂ, ਉਹਦੇ ਵਿੱਚ ਸੰਗਤ ਉਹੀ ਚੜੂ ਜਿਹੜਾ ਇਹਨਾਂ ਦਾ ਸਰਪੰਚ ਕਹੂਗਾ ਕਿ ਸਾਡਾ ਬੰਦਾ। ਅੱਛਾ, ਉਹ ਵੀ ਲਿਸਟਾਂ ਉਹ ਚ ਆਮ ਸੰਗਤ ਨਹੀਂ ਲੈ ਕੇ ਆਉਣੀ, ਭਗਤੇ ਲੈ ਕੇ ਆਉਣੇ ਆ। ਅੱਛਾ, ਮੈਨੂੰ ਅੱਜ ਵੀ ਚੇਤੇ ਆ ਕਿ ਜਦੋਂ ਪਹਿਲਾਂ ਰੈਲੀਆਂ ਹੁੰਦੀਆਂ ਸੀਗੀਆਂ, ਮੈਂ ਫਿਰ ਧਾਰਮਿਕ ਇਹਨਾਂ ਸਭਾਵਾਂ ਦੇ ਮੌਕੇ, ਹੈ ਨਾ, ਇਸ ਮੌਕੇ ਤੇ ਰਾਜਨੀਤਿਕ ਰੈਲੀਆਂ ਰੋਕ ਦਿੱਤੀਆਂ ਗਈਆਂ। ਤੇ ਪਹਿਲਾਂ ਜਦੋਂ ਸਾਲਾਨਾ ਜਿਹੜੇ ਸਮਾਗਮ ਹੁੰਦੇ ਨੇ, ਉਹਨਾਂ 'ਚ ਜਿਹੜੀਆਂ ਰੈਲੀਆਂ ਹੁੰਦੀਆਂ ਸੀ, ਉਹਨਾਂ 'ਚ ਵੱਖ-ਵੱਖ ਪਾਰਟੀਆਂ ਦੀਆਂ ਬੱਸਾਂ 'ਚ ਲੋਕਾਂ ਨੂੰ ਭਰ ਕੇ ਲਿਆਉਂਦੇ ਸੀ, ਤੇ ਆਉਂਦੇ ਸੀ ਉਹਨਾਂ ਬੱਸਾਂ 'ਚੋਂ ਪਹਿਲਾਂ ਸੰਗਤ 'ਚ ਜਾਂਦੇ ਸੀ, ਪੰਗਤ 'ਚ ਜਾਂਦੇ ਸੀ, ਲੰਗਰ 'ਚ ਜਾਂਦੇ ਸੀ, ਗੁਰੂ ਘਰ ਜਾਂਦੇ ਸੀ,
ਫਿਰ ਜਿਹਨੇ ਜਿਹੜੀ ਰੈਲੀ ਜਾਣਾ ਜਾਵੇ, ਨਹੀਂ ਜਾਣਾ ਨਾ ਵੀ ਜਾਵੇ, ਪਰ ਉਦੋਂ ਐ ਟੈਗ ਨਹੀਂ ਲੱਗਿਆ ਹੁੰਦਾ ਸੀ ਕਿ ਬਾਈ ਸਾਡੀ ਬੱਸ ਚੜ੍ਹ ਕੇ ਚੱਲਿਆ ਤਾਂ ਸਿੱਧਾ ਅੰਦਰੇ ਪੰਡਾਲ ਚ ਵੜਾਂਗੇ। ਹੁਣ ਇਹ ਸੀ। ਦੂਸਰੇ ਪਾਸੇ ਪੁਲਿਸ ਜ਼ਿਆਦਾ ਸੀ, ਪੁਲਿਸ ਛਾਉਣੀ ਚ ਬਦਲਿਆ ਹੋਇਆ ਸੀ। ਮਤਲਬ ਜਦੋਂ ਹੋਲਾ ਮਹੱਲਾ ਆਉਂਦਾ ਸ਼੍ਰੀ ਅਨੰਦਪੁਰ ਸਾਹਿਬ, ਹਾਂਜੀ, ਤਾਂ 350 ਸਾਲਾਂ ਮੌਕੇ ਜਿੰਨੀ ਸੰਗਤ ਆਈ, ਇਹਦੇ ਨਾਲੋਂ 10 ਗੁਣਾ ਵੱਧ ਸੰਗਤ ਹੁੰਦੀ ਹੈ ਰਾਜਕਰਮਵੀਰ ਜੀ, ਸਹੀ 10 ਗੁਣਾ ਵੱਧ ਸੰਗਤ। ਪਰ ਪੁਲਿਸ ਇਹਦਾ 10ਵਾਂ ਹਿੱਸਾ ਵੀ ਨਹੀਂ ਹੁੰਦੀ ਜਿੰਨੀ ਹੁਣ ਪੁਲਿਸ ਲਾਈ ਵੀ ਸੀ। ਪੁਲਿਸ ਇੰਨੀ ਜ਼ਿਆਦਾ, ਪੁਲਿਸ ਦੀਆਂ ਹੀ ਗੱਡੀਆਂ, ਪੁਲਿਸ ਹੀ ਸੜਕਾਂ ਤੇ, ਪੁਲਿਸ ਹੀ ਧਰਨਿਆਂ ਮਤਲਬ ਪੰਡਾਲਾਂ ਦੇ ਬਾਹਰ, ਪੁਲਿਸ ਹੀ ਸਾਰੇ ਪਾਸੇ ਨਜ਼ਰ ਆਈ। ਪੁਲਿਸ ਦਾ ਦਬਦਬਾ ਜ਼ਿਆਦਾ ਸੀ। 3 ਕਿਲੋਮੀਟਰ ਦੇ ਦਾਇਰੇ ਚ 11 ਇਹਨਾਂ ਨੇ ਮਤਲਬ ਕਿ ਬੈਰੀਕੇਡ ਲਾਏ ਹੋਏ ਸੀ। ਸ਼ਹਿਰ ਦੇ ਅੰਦਰ ਜਾਂਦੇ ਥਾਵਾਂ ਤੇ ਨਾਕੇ ਲਾਏ ਹੋਏ ਸੀ, ਤਾਂ ਕਿ ਸੜਕ ਤੇ ਐਂ ਦਿਖਿਆ ਕਿ ਭੀੜ ਬਹੁਤ। ਅੱਛਾ, ਤਾਂ ਉਹ 3 ਕਿਲੋਮੀਟਰ ਚ ਭੀੜ ਸੀ। ਕਿਤੇ ਚੰਡੀਗੜ੍ਹ ਤੋਂ ਚੱਲ ਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਸਵਾਗਤੀ ਗੇਟ ਤੱਕ ਜੀ, ਇੱਕ ਵੀ ਕਿਸੇ ਪਿੰਡ ਵੱਲੋਂ, ਕਿਸੇ ਇਲਾਕੇ ਵੱਲੋਂ, ਕਿਸੇ ਸੰਸਥਾ ਵੱਲੋਂ ਲੰਗਰ ਨਹੀਂ ਸੀ। ਦੱਸੋ, ਇੱਕ ਵੀ ਨਹੀਂ। ਆਪਣੇ ਤਾਂ ਸਾਲਾਨਾ ਜਿਹੜੇ ਸਮਾਗਮ ਹੁੰਦੇ ਨੇ ਉਹਨਾਂ ਚ ਲੰਗਰ ਲੱਗੇ ਹੁੰਦੇ ਨੇ, ਐਡਾ ਬੜਾ ਸ਼ਤਾਬਦੀ ਹੋਵੇ। ਇਹਦਾ ਮਤਲਬ ਜਦੋਂ ਪਿੰਡ ਵਾਲਿਆਂ ਨੇ ਦੇਖਿਆ ਕਿ ਸੰਗਤ ਨਹੀਂ ਆ ਰਹੀ ਤਾਂ ਲੰਗਰ ਕਿਹਦੇ ਲਈ ਲਾਉਣ ਜੀ ਉਹ। ਸੋ ਇੱਥੋਂ ਦਾ ਲਾ ਲਓ ਮਤਲਬ ਕਿ ਇਹਦਾ ਮਤਲਬ ਸਿਰਫ ਆਪਣੀ ਹਉਮੈ ਪਾਲੀ ਦੋਹਾਂ ਧਿਰਾਂ ਨੇ, SGPC ਨੇ ਵੀ ਔਰ ਸਰਕਾਰ ਨੇ ਵੀ, ਸੰਗਤ ਵੱਲ, ਸੰਗਤ ਤੱਕ ਸੁਨੇਹਾ ਪਹੁੰਚਾਉਣ ਵੱਲ, ਇਸ ਗੁਰੂ ਸਾਹਿਬ ਦੇ ਫਲਸਫੇ ਦੇ ਹਵਾਲੇ ਨਾਲ, ਉਦੇਸ਼ ਦੇ ਹਵਾਲੇ ਨਾਲ ਅਸੀਂ ਪਹੁੰਚ ਹੀ ਨਹੀਂ ਸਕੇ ਲੋਕਾਂ ਤੱਕ। ਗੱਲ ਗੁਰੂ ਸਾਹਿਬ ਦੀ, ਜਿਨ੍ਹਾਂ ਨੇ ਦੂਜੇ ਧਰਮ ਦੇ ਲਈ ਜਿਹੜਾ ਆ ਉਹ ਕੁਰਬਾਨੀ ਦੇ ਦਿੱਤੀ, ਸ਼ਹਾਦਤ ਦਾ ਜਾਮ ਪੀਤਾ, ਤੇ ਇਹਨਾਂ ਦੀ ਆਪਸ ਦੇ ਵਿੱਚ ਹੀ ਨਹੀਂ, ਮੇਰੀ ਸਟੇਜ ਵੱਡੀ, ਬਸ ਉਸੇ ਦੀ ਜਿਹੜੀ ਡੁਗਡਗੀ ਵਜਾਉਂਦੇ ਜਿਹੜੇ ਇਹ ਰਹਿ ਗਏ ਜੀ। ਅਗਲੀ ਦੀਪਕ ਜੀ ਗੱਲ ਕਰਦੇ ਹਾਂ, ਵਿਧਾਨ ਸਭਾ ਦੇ ਫੇਲ ਸੈਸ਼ਨ ਤੋਂ ਬਾਅਦ ਹੁਣ ਯੂਨੀਵਰਸਿਟੀ ਦਾ ਸ਼ਗੂਫਾ। ਦੇਖੋ, ਜਿਸ ਦਿਨ ਇਹਨਾਂ ਨੇ ਵਿਧਾਨ ਸਭਾ ਲਾਈ, ਆਪਾਂ ਵਿਸਥਾਰ ਤੋਂ ਉਹਦੇ ਤੇ ਗੱਲ ਕੀਤੀ ਕਿ ਹਾਸਲ ਕੀ ਕੀਤਾ ਸੀ, ਅਸੀਂ ਉਹ ਚੋਂ ਕੀ ਲੈ ਕੇ ਮੁੜੇ। ਜੇ ਮਤਲਬ ਕਿ ਸਿਰਫ ਗੁਰੂ ਸਾਹਿਬ ਦੇ ਕੁਰਬਾਨੀ ਦੇ ਇਤਿਹਾਸ ਨੂੰ ਹੀ MLA ਨੇ ਪੜ੍ਹਨਾ ਸੀ, ਉਹ ਤਾਂ ਧਾਰਮਿਕ ਦੀਵਾਨ ਚ ਕਥਾਵਾਚਕ ਹੈ ਨਾ, ਕਵੀਸਰੀ, ਰਾਗੀ ਢਾਡੀ ਹੈ ਨਾ, ਤੇ ਕੀਰਤਨ ਦੇ ਦਰਮਿਆਨ ਗੁਰਬਾਣੀ ਪੜ੍ਹਦਿਆਂ ਉਹਨਾਂ ਸਾਰਿਆਂ ਦੇ ਵਿੱਚ ਗੁਰੂ ਸਾਹਿਬ ਦੇ ਉਸ ਫਲਸਫੇ ਦਾ ਜ਼ਿਕਰ ਆਉਂਦਾ। ਹਾਂਜੀ, ਤੁਸੀਂ ਰਾਜਨੀਤਿਕ ਜਮਾਤ ਇਕੱਠੀ ਕੀਤੀ ਸੀ, ਵਿਧਾਨ ਸਭਾ ਰਾਜਨੀਤਿਕ ਹੋਈ, ਜੇ ਰਾਜਨੀਤਿਕ ਫੈਸਲੇ ਲਵੇ। ਗੁਰੂ ਸਾਹਿਬ ਨੇ ਜੇ ਮਤਲਬ ਕਿ ਦੂਸਰੇ ਧਰਮ ਦੀ ਰੱਖਿਆ ਦੇ ਲਈ ਕੁਰਬਾਨੀ ਦਿੱਤੀ, ਆਪਾ ਬਾਰਿਆ, ਨਿੱਜ ਨੂੰ ਨਹੀਂ ਹੈ ਨਾ, ਸਮਾਜ ਨੂੰ ਪਹਿਲ ਦਿੱਤੀ ਹੈ ਨਾ, ਅਕੀਦਤ ਨੂੰ ਪਹਿਲ ਦਿੱਤੀ ਕਿ ਹਰ ਧਰਮ ਨੂੰ ਆਜ਼ਾਦੀ ਹੈ ਇੱਥੇ ਮੰਨਣ ਦੀ, ਤੇ ਅੱਜ ਦੀ ਤਰੀਕ ਦੇ ਵਿੱਚ ਜਿਹੜੀਆਂ ਚੁਣੌਤੀਆਂ ਖੜੀਆਂ, ਤੁਸੀਂ ਉਹਨੂੰ ਨਜਿੱਠਣ ਦੇ ਲਈ ਲੈਂਦੇ ਰਾਜਨੀਤਿਕ ਫੈਸਲੇ, ਤੁਸੀਂ ਉਹਦੇ ਤੇ ਨਹੀਂ ਆਏ। ਪਰ ਉਮੀਦ ਕੀਤੀ ਜਾ ਰਹੀ ਸੀ ਕਿ ਜੇ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਗਏ ਹੋ ਤਾਂ ਫਿਰ ਮੁੱਖ ਮੰਤਰੀ ਸਾਹਿਬ ਨੂੰ ਮੈਂ ਸੁਣ ਰਿਹਾ ਸੀ, ਉਹ ਬਾਰ-ਬਾਰ ਇੱਕ ਗੱਲ ਕਹਿ ਰਹੇ ਸੀ ਕਿ ਇਹ ਪਹਿਲੀ ਵਾਰ ਹੋਇਆ ਕਿ ਅਸੀਂ ਵਿਧਾਨ ਸਭਾ ਗੁਰੂ ਸਾਹਿਬ ਦੇ ਚਰਨਾਂ ਚ ਰੱਖੀ। ਜੀ ਰਾਜਕਰਮਵੀਰ ਜੀ, ਚਰਨਾਂ ਚ ਕੁਰਸੀ ਢਾ ਕੇ ਬੈਠਿਆ ਜਾਂਦਾ ਹੁੰਦਾ, ਚਰਨਾਂ ਚ ਮੇਜ਼ ਲਾ ਕੇ ਬੈਠਿਆ ਜਾਂਦਾ ਹੁੰਦਾ, ਚਰਨਾਂ ਚ ਫੁੱਲ ਝੜੀਆਂ ਸਜਾਵਟ ਕਰਕੇ ਬੈਠਿਆ ਜਾਂਦਾ ਹੁੰਦਾ, ਚਰਨਾਂ ਚ ਚੌਂਕੜਾ ਮਾਰ ਕੇ ਬੈਠਿਆ ਜਾਂਦਾ। ਚੌਂਕੜਾ ਮਾਰਨਾ ਹੁੰਦਾ, ਦਰੀਆਂ ਵਿਛਾ ਕੇ ਕਿਉਂ ਨਹੀਂ ਹੋਈ ਵਿਧਾਨ ਸਭਾ? ਪੰਡਾਲ ਲਾ ਕੇ ਕਿਉਂ ਨਹੀਂ ਹੋਈ ਵਿਧਾਨ ਸਭਾ ਕਿ ਲਓ ਜੀ ਅਸੀਂ ਤਾਂ ਗੁਰੂ ਦੀ ਕਚਹਿਰੀ ਚ ਖੁੱਲੇ ਆਕਾਸ਼ ਥੱਲੇ ਬੈਠੇ ਹਾਂ, ਦਰੀਆਂ ਵਿਛਾ ਕੇ, ਆ ਤੰਬੂ ਗੱਡਿਆ ਜੀ, ਇਸ ਇੱਥੇ ਕਰ ਰਹੇ ਹਾਂ ਵਿਧਾਨ ਸਭਾ। ਕਰਦੇ ਨਾ ਫਿਰ ਸਾਦਗੀ ਵਾਲੀ ਜੀ। ਤੁਸੀਂ ਕਰੋੜਾਂ ਰੁਪਈਆ ਪੰਜਾਬ ਦਾ ਖਜ਼ਾਨੇ ਦਾ, ਮੁੱਖ ਮੰਤਰੀ ਸਾਹਿਬ ਲਗਾਤਾਰ ਗੱਲ ਕਰਦੇ ਆ ਕਿ ਜੀ ਆ ਗੋਲਕਾਂ ਚੱਕ ਦੋ, ਹੈ ਨਾ ਜੀ, ਇਹ ਲੁਟੇਰੇ ਆ ਜੀ, ਆਹ ਹੈ ਜੀ, ਕਿ ਭਾਈ ਜੇ ਤੁਸੀਂ ਗੋਲਕ ਤੇ ਸਵਾਲ ਕਰਦੇ ਹੋ, ਖਜ਼ਾਨੇ ਦੀਆਂ ਕੁੰਜੀਆਂ ਤੁਹਾਨੂੰ ਵੀ ਪੰਜਾਬ ਦੇ ਲੋਕਾਂ ਨੇ ਦਿੱਤੀਆਂ, ਹਿਸਾਬ ਤੋਂ ਵੀ ਲੈਣਾ ਉਹਨਾਂ ਕੁੰਜੀਆਂ ਦਾ, ਖਜ਼ਾਨੇ ਦਾ ਹਿਸਾਬ ਤੁਹਾਨੂੰ ਵੀ ਦੇਣਾ ਪੈਣਾ ਕਿ ਟੈਂਟ ਵੀ ਯੂਪੀ ਤੋਂ ਆਊਗਾ, ਕੰਪਨੀ ਵੀ ਦਿੱਲੀ ਦੀ ਆਊਗੀ, ਕੰਟਰੈਕਟ ਸਾਰਾ ਦਿੱਲੀ ਨੂੰ ਜਾਊਗਾ, ਕੁਰਸੀਆਂ ਮੇਜ਼ ਵੀ ਦਿੱਲੀ ਤੋਂ ਆਉਣਗੇ, ਤਾਮਝਾਮ ਵੀ ਦਿੱਲੀ ਤੋਂ ਲੱਗੂਗਾ। ਉਹ ਵਿਧਾਨ ਸਭਾ ਦਾ ਸੈੱਟ ਸੀ, ਫਿਲਮੀ ਸੈੱਟ, ਜਿੱਥੇ ਤੁਸੀਂ ਨਾਟਕ ਕਰਨ ਗਏ, ਕਿਉਂਕਿ ਤੁਹਾਡੇ ਕੋਲ ਉਸ ਇਤਿਹਾਸਕ ਨਗਰੀ ਨੂੰ ਲੈ ਕੇ, ਉਸ ਇਤਿਹਾਸਕ ਦਿਹਾੜੇ ਨੂੰ ਲੈ ਕੇ, ਪੰਜਾਬ ਦੇ ਮਸਲਿਆਂ ਨੂੰ ਲੈ ਕੇ, ਅੱਜ ਫਿਰ ਔਰੰਗਜ਼ੇਬ ਹਮਲੇ ਬਾਰੇ ਜੀ, ਚੋਲੇ ਬਦਲ ਕੇ ਆ ਜੀ, ਨਵੇਂ ਤਰੀਕੇ ਕਰਨ ਵਾਲੇ ਜੀ, ਉਹਦਾ ਪਹਿਰਾਵਾ ਬਦਲਿਆ, ਉਹਦਾ ਰੂਪ ਬਦਲਿਆ, ਉਹਦਾ ਧਰਮ ਬਦਲਿਆ, ਉਹ ਤੁਹਾਡੇ ਸਾਹਮਣੇ ਆ ਜੀ। ਉਹਦੇ ਨਾਲ ਲੜਨ ਦਾ
ਕਿਉਂ ਨਹੀਂ ਦਮ ਰੱਖਦੇ ਜੀ ਤੁਸੀਂ? ਫਿਰ ਉਹੇ ਜਿਹੇ ਮਤੇ ਲੈ ਕੇ ਕਿਉਂ ਨਹੀਂ ਆਏ ਜੀ? ਮਨੁੱਖੀ ਹੱਕਾਂ ਦਾ ਮਤਾ ਕਿਉਂ ਨਹੀਂ ਪਿਆ ਜੀ? ਪੰਜਾਬ ਦੇ ਹੱਕਾਂ ਦੇ ਡਾਕਿਆਂ ਦਾ ਮਤਾ ਕਿਉਂ ਨਹੀਂ ਪਿਆ ਜੀ? ਜਦੋਂ ਇਹ ਸਾਰੀ ਫਜੀਅਤ ਹੋਈ, ਕਿ ਉਹ ਸਾਰਾ ਤਾਮਝਾਮ ਕਿਤੇ ਪੈਸਾ ਖਾਣ ਲਈ ਤਾਂ ਨਹੀਂ ਹੋ ਗਿਆ ਗੁਰੂ ਦੇ ਨਾਂ ਦੇ ਉੱਤੇ? ਆਪ ਇਹ ਕਹਿੰਦੇ ਹੁੰਦੇ ਸੀ ਕਿ ਹਾਂ ਦਿਨ ਭਰ ਸ਼ਿਵਕਲੀ ਨਿਕਲਦੀ ਆ, ਹੈ ਨਾ, ਉਹ ਲੁਕ ਜਾਂਦੀ ਹੈ ਦਿਨੇ ਚੜ ਕੇ, ਰਾਤ ਨੂੰ ਜੀ ਮੱਛਰ ਮੁੱਛਰ ਖਾ ਲੈਂਦੀ ਆ, ਫਿਰ ਗੁਰੂ ਸਾਹਿਬ ਦੀ ਫੋਟੋ ਮਗਰ ਲੁਕ ਜਾਂਦੀ ਆ। ਹੁਣ ਤੁਸੀਂ ਗੁਰੂ ਦੀ ਫੋਟੋ ਮਗਰ ਤਾਂ ਨਹੀਂ ਲੁਕੇ ਕਿਤੇ ਇਹ ਸਾਰਾ ਕੁਝ ਕਰਕੇ? ਤੇ ਜਦੋਂ ਇਹ ਸਾਰੇ ਸਵਾਲ ਉੱਠੇ, ਫਿਰ ਕੱਲ ਅਖੀਰਲੇ ਦਿਨ ਜਦੋਂ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਸੀ, ਫਿਰ ਸਰਕਾਰੀ ਸਟੇਜ ਤੇ ਚੜ ਗਏ ਜੀ। ਤੇ ਮੁੱਖ ਮੰਤਰੀ ਸਾਹਿਬ ਤੋਂ ਪਹਿਲਾਂ ਕੇਜਰੀਵਾਲ ਜੀ ਕਹਿੰਦੇ कि जी मैं मुख्यमंत्री जी को कहूंगा कि वो जो यूनिवर्सिटी बनानी है उसका ऐलान करें। लो जी, करता आप है कहण ਨੂੰ ਮੁੱਖ ਮਤਲਬ ਅਸਲ ਚ ਮੁੱਖ ਮੰਤਰੀ ਉਹ ਅਗਲਾ। ਤੁਸੀਂ ਜਿਹੜਾ ਮਤਾ ਲਿਆਂਦਾ ਕਿ ਤਲਵੰਡੀ ਸਾਬੋ ਤੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਅਸੀਂ ਜੀ ਮਤਲਬ ਧਾਰਮਿਕ ਸਿਟੀ ਦਾ ਦਰਜਾ ਦਿੰਨੇ ਆ, ਤੇ ਅੰਮ੍ਰਿਤਸਰ ਸਾਹਿਬ ਦੇ ਗਲਿਆਰੇ ਨੂੰ ਦਿੰਨੇ ਆ, ਤੇ ਸਪੀਕਰ ਸਾਹਿਬ ਬਾਹਰ ਆ ਕੇ ਕਹਿੰਦੇ ਨਹੀਂ ਜੀ ਇਹ ਤਾਂ ਜੀ ਉਹ ਤੁਹਾਨੂੰ ਭੁਲੇਖਾ ਰਹੇਗਾ ਜੀ ਸਮਝਣ ਚ, ਅਸੀਂ ਪੁਰਾਤਨ ਅੰਮ੍ਰਿਤਸਰ ਨੂੰ ਦਿੱਤਾ ਜੀ, ਜਿਹੜਾ ਦਰਵਾਜ਼ਿਆਂ ਦੇ ਅੰਦਰ ਹੈ ਜੀ, ਕਿਉਂਕਿ ਵਿਰੋਧ ਹੋ ਗਿਆ ਸੀ। ਹੁਣ ਵਿਧਾਨ ਸਭਾ ਚ ਪਿਆ ਮਤਾ, ਪਾਸ ਮਤਾ, ਤੁਸੀਂ ਆਪਣੇ ਆਪ ਕਿਵੇਂ ਬਦਲ ਸਕਦੇ ਹੋ ਜੀ? ਇਹਦਾ ਮਤਲਬ ਕੇਜਰੀਵਾਲ ਨੇ ਬਾਅਦ ਚੋਂ ਕੰਨ ਚ ਫੂਕ ਮਾਰੀ ਕਿ ਕਿਤੇ ਇਹੀ ਮੁੱਦਾ ਨਾ ਬਣ ਜਾਵੇ, ਕਰ ਲਓ। ਫਿਰ ਜਦ ਆਹ ਮੁੱਦਾ ਬਣ ਗਿਆ, ਤੁਸੀਂ ਉੱਥੇ ਕੁਝ ਕਰਕੇ ਨਹੀਂ ਆਏ, ਫਿਰ ਦੂਏ ਦਿਨ ਕਹਿੰਦੇ ਜੀ ਹੁਣ ਯੂਨੀਵਰਸਿਟੀ ਬਣਾ ਲੈਂਦੇ। ਫਿਰ ਬੜਾ ਐਲਾਨ ਕੀਤਾ ਜੀ, ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਵਿਸ਼ਵ ਵਿਆਪੀ ਯੂਨੀਵਰਸਿਟੀ ਬਣੂਗੀ। ਉਹ ਭਾਈ ਜਿਹੜੀਆਂ ਚੱਲ ਰਹੀਆਂ ਉਹ ਤਾਂ ਸਭ ਤੋਂ ਬਚਾ ਨਹੀਂ ਹੋ ਰਹੀਆਂ। ਪੰਜਾਬ ਯੂਨੀਵਰਸਿਟੀ ਅਗਲੇ ਖੋ ਕੇ ਲੈ ਗਏ, ਚੰਡੀਗੜ੍ਹ ਅਗਲੇ ਖੋ ਕੇ ਲੈ ਗਏ, ਪਾਣੀ ਤੁਹਾਡਾ ਖੋ ਕੇ ਲੈ ਗਏ, ਬਾਣੀ ਤੁਹਾਡੀ ਖੋਣ ਨੂੰ ਫਿਰਦੇ ਨੇ, ਤੇ ਤੁਸੀਂ ਲੜ ਕਿੱਥੇ ਰਹੇ ਹੋ ਜੀ? ਉਹ ਤਾਂ ਹਰ ਪੜਾਅ ਤੇ ਡਾਕਾ ਮਾਰ ਰਹੇ ਨੇ ਪੰਜਾਬ ਤੇ ਪੰਜਾਬੀ ਤੇ ਤੁਹਾਡੀ ਲੜਾਈ ਕਿੱਥੇ ਆ? ਹੁਣ ਜੀ ਯੂਨੀਵਰਸਿਟੀ ਦਾ ਐਲਾਨ ਵੀ ਕਰਤਾ। ਲਓ ਜੀ, ਅਸੀਂ ਇੱਕ ਹੋਰ ਵੱਡਾ ਫੈਸਲਾ ਲੈ ਲਿਆ ਕਿ ਇਹਨਾਂ ਜਿਹੜੇ 3 ਤਖਤ ਪੰਜਾਬ ਦੀ ਧਰਤੀ ਤੇ ਆਉਂਦੇ ਨੇ ਜੀ, ਉੱਥੇ ਜਿਹੜੀ ਈ ਰਿਕਸ਼ੇ ਵਾਲੀ ਸਰਵਿਸ ਹੈ ਉਹ ਫ੍ਰੀ ਰਿਹਾ ਕਰੂਗੀ ਜੀ, ਹੈ ਨਾ, ਉਹਦੇ ਪੇਮੈਂਟ ਸਰਕਾਰ ਚੱਕਿਆ ਕਰੂਗੀ, ਤੁਸੀਂ ਆਓ ਬੈਠ ਕੇ ਚੱਲ ਜਾਓ ਜੀ। ਮਤਲਬ ਆ ਜੀ ਹੁਣ ਸਾਡਾ ਨਵਾਂ ਐਲਾਨ ਹੈ। ਇਹ ਐਲਾਨ ਹਕੀਕਤ ਚ ਕਦੋਂ ਬਦਲੂਗਾ? ਮੈਂ ਪਿਛਲੇ ਕਈ ਅਜਿਹੇ ਐਲਾਨ ਦੇਖੇ ਨੇ, ਮੈਂ ਪੰਜਾਬ ਦੇ ਵਿੱਚ ਮਤਲਬ ਨੀਂਹ ਪੱਥਰ ਰੁਲਦੇ ਦੇਖੇ ਨੇ। ਸੋ ਜਦੋਂ ਤੁਸੀਂ ਨਾ ਉਹਦੇ ਲਈ ਕੋਈ ਬਜਟ ਡਿਸਾਈਡ ਕੀਤਾ, ਜੇ ਪਹਿਲਾਂ ਦੀ ਯੋਜਨਾ ਹੋਵੇ ਤਾਂ ਤੁਸੀਂ ਜ਼ਮੀਨ ਤੈਅ ਕੀਤੀ ਹੁੰਦੀ, ਤੁਸੀਂ ਬਜਟ ਉਹਦੇ ਲਈ ਰੱਖਿਆ ਹੁੰਦਾ, ਤੁਸੀਂ ਵਿਧਾਨ ਸਭਾ ਤੋਂ ਪਹਿਲਾਂ ਕੈਬਨਿਟ ਚ ਉਹਨੂੰ ਲਿਆਂਦਾ ਹੁੰਦਾ, ਕੈਬਨਿਟ ਚ ਪਾਸ ਕਰਨ ਤੋਂ ਵਿਧਾਨ ਸਭਾ ਚ ਉਹਨੂੰ ਪਾਸ ਕਰਦੇ। ਉਹ ਰਾਤੋਂ ਰਾਤ ਇੱਕ ਸ਼ਗੂਫਾ ਤਿਆਰ ਕੀਤਾ ਕਿ ਸਵੇਰ ਨੂੰ ਇਹ ਛੱਡ ਦਿਓ, ਕਿਉਂਕਿ ਤੁਹਾਡੀ ਧਰਾਤਲ ਤੇ ਕੋਈ ਤਿਆਰੀ ਨਹੀਂ ਸੀ। ਤੁਹਾਡਾ ਵਿਧਾਨ ਸਭਾ ਦੇ ਸੈਸ਼ਨ ਦੇ ਫੇਲ ਦਾ ਸੁਨੇਹਾ ਚਲਾ ਗਿਆ, ਤੁਸੀਂ ਉਹਨੂੰ ਪਾਸ ਕਰਾਉਣ ਦੇ ਲਈ ਹੁਣ ਆਹ ਬਿਉਂਤ ਘੜੀ ਹੈ। ਦੇਖਦੇ ਆ ਜੀ, ਰੱਬ ਮੈਂ ਕਹਿੰਦਾ ਸਮੱਤ ਬਖਸ਼ੇ ਕੁਝ ਕਰ ਜਾਣ ਤਾਂ ਵੀ ਭਲਾ ਹੋਊਗਾ। ਜਿੱਦਾਂ ਬਾਦਲ ਸਰਕਾਰ ਨੇ ਚੰਡੀਗੜ੍ਹ ਦੇ ਹੁੰਦਿਆਂ ਨਵਾਂ ਚੰਡੀਗੜ੍ਹ ਐਲਾਨਤਾ ਵੀ ਅਸੀਂ ਹੌਲੀ ਹੌਲੀ ਦਾਅਵੇਦਾਰੀ ਛੱਡ ਦੇਣੀ, ਇਹ ਯੂਨੀਵਰਸਿਟੀਆਂ ਦਾ ਐਲਾਨ ਕਰਕੇ ਪੁਰਾਣੀਆਂ ਦੇ ਉੱਤੇ ਦਾਅਵਾ ਛੱਡਣ ਵਾਲੀ ਗੱਲ ਹੀ ਆ ਵੀ ਉਹੀ ਕੁਛ ਜਿਹੜਾ ਆ ਉਸੇ ਹੀ ਲਹਿ ਦੇ ਉੱਤੇ ਜਿਹੜਾ ਇਹ ਚੱਲੇ ਆ। ਇੰਨਾ ਕੁਛ ਦੇਖਿਆ, ਉਸੇ ਚੀਜ਼ ਦੇ ਉਲਟ ਬੋਲਦੇ ਰਹੇ, ਹੁਣ ਉਸੇ ਚੀਜ਼ ਦੇ ਵਿੱਚ ਆਪ ਫਸੇ ਆ। ਵਾਕਈ ਤੁਹਾਡੀ ਗੱਲ ਸਹੀ ਆ ਵੀ ਪ੍ਰਮਾਤਮਾ ਸਮੱਤੀ ਬਖਸ਼ੇ, ਪਤਾ ਤਾਂ ਲੱਗੇ ਵੀ ਚੱਲ ਕੀ ਰਿਹਾ ਹੈ ਜੀ। ਅਗਲੀ ਦੀਪਕ ਜੀ ਗੱਲ ਕਰਦੇ ਆ ਮੋਰਚਿਆਂ ਵਾਲਾ ਦਲ, ਬੜੀ ਸ਼ਾਨਾ ਮੱਤੇ ਇਹਨਾਂ ਦਾ ਇਤਿਹਾਸ ਆ, ਹੁਣ ਮਤਿਆਂ ਜੋਗਾ ਹੀ ਕਹਿੰਦੇ ਰਹਿ ਗਿਆ। ਬਿਲਕੁਲ ਜੀ, ਆਪਾਂ ਜਦੋਂ ਪੰਜਾਬ ਦੇ ਮਸਲਿਆਂ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਮੁੱਦਿਆਂ ਦੇ ਲਈ ਲੜਾਈ ਲੜਨ ਵਾਲੀ ਇੱਕ ਧਿਰ ਜਿਹੜੀ ਸਦਾ ਰਹੀ ਆ, ਚਾਹੇ ਉਹ ਪੰਥਕ ਮਸਲੇ ਹੋਣ, ਚਾਹੇ ਉਹ ਇਸ ਖੇਤਰ ਦੇ ਮਸਲੇ ਹੋਣ। ਮਿੱਟੀ ਦੇ ਮਸਲਿਆਂ ਦੇ ਲਈ ਜੇ ਕਿਸੇ ਨੇ ਸਭ ਤੋਂ ਵੱਧ ਮੋਰਚੇ ਲਾਏ, ਪਾਣੀਆਂ ਦੇ ਲਈ ਜੇ ਸਭ ਤੋਂ ਵੱਧ ਮੋਰਚੇ ਲਾਏ, ਹੈ ਨਾ, ਪੰਜਾਬ ਦੇ ਹੱਕ ਹਕੂਕ ਲਈ ਜੇਕਰ ਕਿਸੇ ਨੇ ਧਰਾਤਲ ਸਭ ਤੋਂ ਵੱਧ ਲੜਾਈ ਲੜੀ, ਕੌਮ ਦੇ ਲਈ ਜੇ ਕਿਸੇ ਨੇ ਲੜਾਈ ਲੜੀ ਤਾਂ ਉਹ ਅਕਾਲੀ ਦਲ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਸੱਚਮੁੱਚ ਸ਼ਾਨਾਮਤੀ। ਪਰ ਅੱਜ ਦੀ ਤਰੀਕ ਦੇ ਵਿੱਚ ਜਿਸ ਤਰ੍ਹਾਂ ਆਪਾਂ ਗੱਲ ਕਰਕੇ ਹਟੇ ਹਾਂ ਕਿ ਚਾਹੇ ਉਹ ਪਾਣੀਆਂ ਦਾ ਮਸਲਾ, ਚਾਹੇ ਉਹ ਸਾਡੇ ਸਿੱਖਿਆ ਤੰਤਰ ਯੂਨੀਵਰਸਿਟੀਆਂ ਦਾ ਮਸਲਾ, ਚਾਹੇ ਕੇਂਦਰੀਕਰਨ ਦਾ ਮਸਲਾ, ਚਾਹੇ ਪੰਜਾਬ ਦੀ ਰਾਜਧਾਨੀ ਦਾ ਮਸਲਾ, ਚਾਹੇ ਅੱਧੇ ਪੰਜਾਬ ਨੂੰ BSF ਰਾਹੀਂ ਕੰਟਰੋਲ ਕਰਨ ਦਾ ਮਸਲਾ, ਚਾਹੇ ਸਾਡੇ ਫੰਡਾਂ ਦੇ ਉੱਤੇ ਮਤਲਬ GST ਦੇ ਨਾਂ ਦੇ ਉੱਤੇ ਰੋਕ ਕੇ ਰੱਖਣਾ, ਪੇਂਡੂ ਵਿਕਾਸ ਫੰਡ ਰੋਕ ਕੇ ਰੱਖਣਾ, ਹੋਰ ਕਿੰਨੀਆਂ ਹੀ ਚੁਣੌਤੀਆਂ ਨੇ ਜਿਹੜੀਆਂ ਕੇਂਦਰ ਹਮਲਾਵਰ ਤੇ ਸੂਬਾ ਪੀੜਤ ਹੈ। ਤੇ ਪਰ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਮੁੱਦੇ ਤੇ ਕਦੇ ਧਰਾਤਲ ਤੇ ਉਤਰ ਕੇ ਲੜਿਆ ਹੋਵੇ ਪਿਛਲੇ 5-10 ਸਾਲ ਚ ਮੈਨੂੰ ਦਿਖਾ ਦਿਓ ਜੀ। ਪਾਇਆ ਜੀ, ਕੋਰ ਕਮੇਟੀ ਦੀ ਬੈਠਕ ਕੀਤੀ ਜੀ, ਕੋਰ ਕਮੇਟੀ ਦੀ ਬੈਠਕ ਦੇ ਵਿੱਚ ਇਹ ਫੈਸਲਾ ਤਾਂ ਕਰ ਲਿਆ ਕਿ ਆਪਾਂ ਫਿਰ ਚੋਣ ਲੜਨੀ ਆ,
ਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ, ਜੇ ਉਹ ਆਪਣੇ ਚੋਣ ਨਿਸ਼ਾਨ ਤੇ ਲੜਾਂਗੇ ਤਾਂ ਆਪਾਂ ਵੀ ਆਪਣੇ ਚੋਣ ਨਿਸ਼ਾਨ ਤੇ ਲੜਾਂਗੇ। ਆਪਣੇ ਹੁਣ ਪੈਰ ਲੱਗ ਗਏ, ਆਪਾਂ ਤਰਨਤਾਰਨ ਦੇ ਵਿੱਚ ਦਮ ਦਿਖਾਤਾ। ਸ਼੍ਰੋਮਣੀ ਅਕਾਲੀ ਦਲ ਦਾ ਜਨਮ ਰਾਜ ਕਰਨ ਲਈ ਨਹੀਂ, ਯੁੱਧ ਲੜਨ ਲਈ, ਸੰਘਰਸ਼ ਲੜਨ ਲਈ ਉਹਦੇ ਲਈ ਹੋਇਆ ਸੀ। ਉਹਦੇ ਵਿੱਚੋਂ ਰਾਜ ਭਾਗ ਆਵੇ ਤਾਂ ਜੀ ਆਇਆਂ, ਨਾ ਆਵੇ ਤਾਂ ਕੋਈ ਮਸਲਾ ਨਹੀਂ, ਇਹ ਪਹਿਲੂ ਸੀ। ਤੇ ਰਾਜ ਭਾਗ ਜਦੋਂ ਮਿਲਿਆ ਤਦ ਪੰਜਾਬ ਦੇ ਮਸਲਿਆਂ ਕੰਨੀ ਪਿੱਠ ਕਰ ਲਈ ਕਿ ਆਪਣੀ ਟੱਬਰ ਦੀਆਂ ਕੁਰਸੀਆਂ ਬਚੀਆਂ ਰਹਿਣ। ਤੇ ਜਦੋਂ ਹੁਣ ਰਾਜ ਭਾਗ ਖੁੱਸ ਗਿਆ ਤਦ ਵੀ ਮਤਲਬ ਕਾਂਗਰਸ ਨੂੰ ਤਾਂ ਤੁਸੀਂ ਦੇਖੋ ਹੀ ਨਾ ਕਿ ਉਹ ਤਾਂ ਹੈ ਹੀ ਕੇਂਦਰੀ ਪਾਰਟੀ, ਉਹਦੇ ਤਾਂ ਬੀਜੇ ਹੋਏ ਨੇ, ਜਿਹਦੇ ਕਾਰਨ ਅਸੀਂ ਆ ਸਾਰੇ ਕੰਡੇ ਚੁਗਦੇ ਫਿਰ ਰਹੇ ਹਾਂ। ਜਿਹੜੇ ਆ ਮਸਲੇ ਖੜੇ ਕੀਤੇ, ਸਭ ਤੋਂ ਵੱਧ ਰਾਜ ਤਾਂ ਉਸੇ ਨੇ ਕੀਤਾ ਨਾ ਦੇਸ਼ ਦੇ ਤਖਤ ਦੇ ਉੱਤੇ। ਸੋ ਇਸ ਲਈ ਉਹ ਤੋਂ ਤਾਂ ਆਸ ਹੀ ਨਾ ਰੱਖੋ। ਆ ਨਵੇਂ ਇਨਕਲਾਬੀ ਆਏ ਸੀ, ਇਹ ਤਾਂ ਬੋਲੀਓ ਕੇਂਦਰ ਦੀ ਬੋਲਦੇ ਆ। ਫਿਰ ਲੈ ਦੇ ਕੇ ਬੰਦਾ ਕਿਹਦੇ ਕਿ ਨਹੀਂ ਝਾਕੂਗਾ। ਕਹਿੰਦੇ ਕਿ ਉਹ ਕਹਾਵਤ ਹੈ ਕਿ ਆਪਣਾ ਵੱਡੂ ਛਾਵੇਂ ਡੇਗੂ, ਤਾਂ ਲੋਕ ਫਿਰ ਇੱਕ ਵਾਰ ਅਕਾਲੀ ਦਲ ਕੰਨੀ ਦੇਖਦੇ ਆ। ਇਹਦੇ ਵਿੱਚੋਂ ਮਾਨ ਦਲ ਵੀ ਹੈ, ਇਹਦੇ ਵਿੱਚੋਂ ਨਵਾਂ ਅੰਮ੍ਰਿਤਪਾਲ ਵਾਲਾ ਦਲ ਵੀ ਹੈ, ਇਹਦੇ ਵਿੱਚੋਂ ਪੁਨਰ ਸੁਰਜੀਤ ਅਕਾਲੀ ਦਲ ਵੀ ਹੈ, ਤੇ ਇੱਕ ਕਹਿੰਦਾ ਨਾ ਅਸਲੀ ਅਕਾਲੀ ਦਲ ਤਾਂ ਸੁਖਬੀਰ ਵਾਲਾ ਹੀ ਹੈ। ਤੇ ਫਿਰ ਸੁਖਬੀਰ ਵਾਲਾ ਦਲ ਵੀ ਕਿੱਥੇ ਲੜ ਰਿਹਾ ਜੀ ਲੋਕ ਮੁੱਦਿਆਂ ਤੇ। ਕੋਰ ਕਮੇਟੀ ਦੀ ਬੈਠਕ ਦੇ ਵਿੱਚ ਯੂਨੀਵਰਸਿਟੀ ਵੀ ਸਾਡੀ ਹੈ ਜੀ, ਚੰਡੀਗੜ੍ਹ ਵੀ ਸਾਡਾ ਜੀ, ਪਾਣੀ ਵੀ ਸਾਡੇ ਆ ਜੀ, ਡੈਮ ਵੀ ਸਾਡਾ ਜੀ, ਸਾਰੇ ਕਿਤੇ ਕੰਟਰੋਲ ਸਾਡਾ ਰਹਿਣਾ ਚਾਹੀਦਾ। ਪਾਤਾ ਜੀ ਮਤਾ। ਜਾਂ ਤਾਂ ਤੁਹਾਡੇ ਮਤੇ ਚ ਇੰਨਾ ਦਮ ਹੋਵੇ ਕਿ ਦਿੱਲੀ ਦਾ ਤਖਤ ਹਿੱਲੇ ਤੁਹਾਡੇ ਮਤੇ ਨਾਲ। ਇਹ ਜ਼ਫਰਨਾਮਾ ਤਾਂ ਹੈ ਨਹੀਂਗਾ। ਤੇ ਇਸ ਲਈ ਤੁਹਾਡੇ ਕੋਲ ਉਹ ਤਾਕਤ ਵੀ ਨਹੀਂ, ਤੇ ਤੁਸੀਂ ਰਾਜਨੀਤਿਕ ਲੜਾਈ ਲੜਨ ਲਈ ਵੀ ਤਿਆਰ ਨਹੀਂ। ਕੋਈ ਵੀ ਧਿਰ, ਸੱਤਾਧਾਰੀ ਧਿਰ, ਵਿਰੋਧੀ ਧਿਰ ਤੇ ਸ਼੍ਰੋਮਣੀ ਅਕਾਲੀ ਦਲ, ਕੋਈ ਮੈਨੂੰ ਦਿਖਾ ਦਿਓ ਕਿ ਕੇਂਦਰ ਦੇ ਜ਼ਬਰ ਜ਼ੁਲਮ ਦੇ ਮੂਹਰੇ ਦਿੱਲੀ ਕੰਨੀ ਨੂੰ ਮੂੰਹ ਕਰਦਾ ਹੋਵੇ। ਅਸੀਂ ਆ 350 ਹਵਾਲੇ ਨਾਲ ਗੁਰੂ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ, ਗੱਲ ਕਰਦੇ ਹਾਂ ਨਾ ਕਿ ਅਨੰਦਪੁਰ ਸਾਹਿਬ ਦੀ ਨਗਰੀ ਤੋਂ ਉਹਨਾਂ ਨੇ ਦਿੱਲੀ ਨੂੰ ਚਾਲੇ ਪਾਤੇ। ਤੇ ਜੀ ਇੱਥੇ ਕੋਈ ਵੀ ਜਮਾਤ ਦਿੱਲੀ ਜਾ ਕੇ ਮਤਲਬ ਕਿ ਉਹਨਾਂ ਦੇ ਮੂਹਰੇ ਇੱਕ ਨਾਰਾ ਮਾਰਨ ਦੀ ਵੀ ਕਵਾਇਤ ਨਹੀਂ ਹੈ ਕਿ ਕਿੰਨਾ ਬਸ ਟਵੀਟ ਕਰ ਦੋ, ਮਤਾ ਪਾ ਦੋ, ਮੀਡੀਆ 'ਚ ਬਿਆਨ ਦੇ ਦਿਓ। ਸਾਰਿਆਂ ਦੀਆਂ ਤਾਰਾਂ ਕੀ ਉਹਨਾਂ ਦੇ ਹੱਥ ਨੇ, ਕੀ ਉਹਨਾਂ ਨੇ ਇਹਨਾਂ ਦੀ ਸੰਗੀ ਕੁੱਟੀ ਹੈ, ਕੀ ਡਰ ਲੱਗਦਾ ਹੈ, ਇੰਨਾ ਭੈ ਲੱਗਦਾ। ਸੋ ਇਹ ਅਫਸੋਸ ਇਸ ਗੱਲ ਦਾ ਜੀ ਕਿ ਮੋਰਚਿਆਂ ਵਾਲਾ ਦਲ ਵੀ ਹੁਣ ਮਤਿਆਂ ਵਾਲਾ ਦਲ ਬਣ ਗਿਆ ਜੀ। ਜਿੰਨੀ ਜਲਦੀ ਪੁਰਾਣੀ ਰਵਾਇਤਾਂ ਤੇ ਮੁੜ ਜਾਣਗੇ ਤਾਂ ਚੰਗੇ ਰਹਿਣਗੇ। ਲੋਕਾਂ ਦੇ ਵਿੱਚ ਫੇਰ ਕੋਈ ਭੱਲ ਜਿਹੜੀ ਉਹ ਬਾਜੂਗੀ, ਨਹੀਂ ਤਾਂ ਪਤਾ ਹੀ ਆ ਜਿਸ ਪਾਸੇ ਵੱਲ ਨੂੰ ਇਹ ਪਾਣੀ ਵਗ ਰਿਹਾ। ਯੂਨੀਵਰਸਿਟੀ ਬੰਦ, SKM ਚੰਡੀਗੜ੍ਹ 'ਚ ਦਾਖਲ। ਦੀਪਕ ਜੀ ਬਿਲਕੁਲ ਜੀ, 25 ਤਰੀਕ ਦਾ ਅਲਟੀਮੇਟਮ ਦਿੱਤਾ ਹੋਇਆ ਸੀ ਵਿਦਿਆਰਥੀਆਂ ਨੇ। ਹਾਂਜੀ, ਕਿ 25 ਨਵੰਬਰ ਤੱਕ, ਕਿਉਂਕਿ ਖੁਦ ਕਿਹਾ ਸੀ BC ਨੇ ਪਹਿਲਾਂ 2 ਦਿਨ ਦਾ ਹਵਾਲਾ ਸੀਗਾ ਕਿ 2 ਦਿਨਾਂ ਦੇ ਵਿੱਚ ਅਸੀਂ ਚੋਣਾਂ ਦਾ ਨੋਟੀਫਿਕੇਸ਼ਨ ਕਰ ਦਾਂਗੇ। ਤੇ ਫਿਰ ਇਹ ਸੁਨੇਹਾ ਵੀ ਵਿਦਿਆਰਥੀਆਂ ਤੱਕ ਪਹੁੰਚਦਾ ਕੀਤਾ ਕਿ ਤੁਸੀਂ ਕਲਾਸਾਂ 'ਚ ਜਾਓ, 25 ਤਰੀਕ ਤੋਂ ਪਹਿਲਾਂ ਹੋ ਜੂ। ਕਹਿੰਦੇ ਕੋਈ ਨਾ ਜੀ, ਫਿਰ 25 ਤੋਂ ਬਾਅਦ ਚੱਲਦੇ ਹਾਂ, ਤੁਸੀਂ 25 ਨੂੰ ਕਰ ਦਿਓ। ਹੁਣ 25 ਤਰੀਕ ਵੀ ਲੰਘ ਗਈ। ਤੇ ਉਸ ਤੋਂ ਬਾਅਦ ਵਿਦਿਆਰਥੀਆਂ ਨੇ ਜਦੋਂ ਦੁਬਾਰਾ ਯੂਨੀਵਰਸਿਟੀ 'ਚ ਧਰਨੇ ਦੀ ਕਾਲ ਦਿੱਤੀ ਤਾਂ ਫਿਰ ਇਹਨਾਂ ਨੇ ਜੀ ਯੂਨੀਵਰਸਿਟੀ ਬੰਦ ਕਰਤੀ। ਪਹਿਲਾਂ ਚੋਣਾਂ ਜਿਹੜੇ ਪੇਪਰ ਸੀ, ਇਮਤਿਹਾਨ ਸੀ, ਉਹਨੂੰ ਅੱਗੇ ਪਾ ਰਹੇ ਸੀ, ਹੁਣ ਫਿਲਹਾਲ ਰੱਦ ਕੀਤੇ ਨੇ ਇਮਤਿਹਾਨ। ਤੇ ਪਰ ਯੂਨੀਵਰਸਿਟੀ ਬੰਦ ਦੀ ਕਾਲ ਦਿੱਤੀ, ਛੁੱਟੀ ਕਰਤੀ ਜੀ ਵਿਦਿਆਰਥੀਆਂ ਨੂੰ। ਮਤਲਬ ਇਹਦਾ ਤਰੀਕਾ ਹੁੰਦਾ ਕਿ ਹੋਸਟਲ ਵੀ ਖਾਲੀ ਕਰੋ, ਵਿਦਿਆਰਥੀ ਘਰਾਂ ਨੂੰ ਚਲੇ ਜਾਣ, ਯੂਨੀਵਰਸਿਟੀ 'ਚ ਨਾ ਰਹਿਣ, ਕੈਂਪਸ 'ਚ ਇਕੱਠ ਨਾ ਹੋਵੇ, ਹੈ ਨਾ। ਇਸ ਤਰੀਕਾ ਕਰਨ ਨੂੰ ਇਹ ਪਹਿਲਾਂ ਪਿਛਲੀ ਵਾਰ ਵੀ ਅਪਣਾਇਆ ਸੀ। ਪਰ ਵਿਦਿਆਰਥੀਆਂ ਨੇ ਇਸ ਵਾਰ ਜਿੱਥੇ ਧਰਨੇ ਦੀ ਕਾਲ ਦਿੱਤੀ ਹੈ, ਉੱਥੇ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਜਿਹੜੇ ਕਾਲਜ ਨੇ ਉਹਨਾਂ ਨੂੰ ਵੀ ਉਹਨਾਂ ਨੇ ਕਹਿ ਦਿੱਤਾ ਕਿ ਵੀ ਜਿੰਨੇ ਕਾਲਜ ਇਹਦੇ ਨਾਲ ਸੰਬੰਧਿਤ ਨੇ ਉਹ ਸਾਰੇ ਵੀ, ਮਤਲਬ ਕਿ ਉਦਣ 200 ਦੇ ਕਰੀਬ ਕਾਲਜ ਹੈ ਜਿਹੜਾ ਯੂਨੀਵਰਸਿਟੀ ਨਾਲ ਸੰਬੰਧਿਤ ਹੈ, ਉਹਨਾਂ ਦੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਵੀ ਆ ਜਾਣ। ਹੁਣ ਇੱਕ ਪਾਸੇ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਫਿਰ ਟਕਰਾਅ ਦੀ ਸਥਿਤੀ ਬਣ ਸਕਦੀ ਹੈ। ਕੱਲ ਰਾਤ ਵੀ ਯੂਨੀਵਰਸਿਟੀ ਦਾ ਇੱਕ ਗੇਟ ਵਿਦਿਆਰਥੀਆਂ ਨੇ ਜਾ ਕੇ ਬੰਦ ਕਰਤਾ ਸੀ ਆਪ, ਹੈ ਨਾ। ਤੇ ਉੱਥੇ ਫਿਰ ਖਿੱਚੋਤਾਣ ਵੀ ਹੋਈ। ਫਿਰ ਰਾਤ ਇਹਨਾਂ ਨੇ ਪੁਲਿਸ ਬੁਲਾ ਲਈ ਤੇ ਵਿਦਿਆਰਥੀ ਵਾਪਸ ਆਪਣੇ ਧਰਨੇ ਵਾਲੀ ਥਾਂ ਤੇ ਪਰਤ ਆਏ। ਅੱਜ ਉੱਥੇ ਜਿੱਥੇ ਟਕਰਾਅ ਸਥਿਤੀ ਪੈਦਾ ਹੋਣੀ ਹੈ, ਉੱਥੇ ਅੱਜ 5 ਸਾਲ ਪੂਰੇ ਹੋ ਰਹੇ ਨੇ ਦਿੱਲੀ ਕਿਸਾਨ ਅੰਦੋਲਨ ਦੇ। ਅੱਜ ਦੇ ਦਿਨ ਦਿੱਲੀ ਨੂੰ ਕੂਚ ਕੀਤਾ ਸੀ 26 ਨਵੰਬਰ ਨੂੰ ਜੀ। ਸੋ ਉਸ 2020 ਤੋਂ 2025 ਤੱਕ ਆਉਂਦਿਆਂ ਹੁਣ ਅੱਜ SKM ਨੇ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕਰਨੇ ਆ, ਮੌਜੂਦਾ ਸਥਿਤੀ ਨੂੰ ਲੈ ਕੇ, ਕਿਸਾਨੀ ਮਜ਼ਦੂਰੀ ਸੂਬਾਈ ਹੱਕਾਂ ਨੂੰ ਲੈ ਕੇ, ਹੈ ਨਾ, ਨਵੇਂ ਕਿਰਤੀ ਕਾਨੂੰਨ ਆ ਗਏ ਉਹਨਾਂ ਨੂੰ ਲੈ ਕੇ, ਉਹ ਸਾਰਿਆਂ ਤੇ ਉਹਨਾਂ ਨੇ ਪ੍ਰਦਰਸ਼ਨ ਕਰਨੇ ਆ। ਤੇ ਉਹਦੇ ਲਈ ਉਹਨਾਂ ਨੇ ਚੰਡੀਗੜ੍ਹ ਦਾ 34 ਸੈਕਟਰ ਐਲਾਨਿਆ ਸੀ ਜੀ ਕਿ ਅਸੀਂ 34 ਸੈਕਟਰ 'ਚ ਕਰਾਂਗੇ। ਪਿਛਲੀ ਵਾਰ ਜਦੋਂ 10 ਤਰੀਕ ਨੂੰ ਯੂਨੀਵਰਸਿਟੀ ਧਰਨਾ ਸੀ ਤਦ ਵੀ ਕਿਸਾਨ ਸਮਰਥਨ 'ਚ ਆਏ ਸੀ, ਜਥੇਬੰਦੀਆਂ ਸਮਰਥਨ 'ਚ ਆਈਆਂ ਸੀ, ਤਦ ਉਹਨੂੰ ਰੋਕਣ ਦੀ ਕਵਾਇਦ ਹੋਈ, ਪਰ ਉਹ ਚੰਡੀਗੜ੍ਹ 'ਚ ਐਂਟਰ ਕਰ ਗਈਆਂ ਸੀ ਤੇ ਗੇਟ ਵਿਦਿਆਰਥੀਆਂ ਨੇ ਨਾਲ ਤੋੜਤੇ ਸੀਗੇ ਤੇ ਯੂਨੀਵਰਸਿਟੀ 'ਚ ਦਾਖਲ ਹੋਈਆਂ।
ਹੁਣ ਇਸ ਵਾਰ ਫਿਰ ਚੰਡੀਗੜ੍ਹ ਪ੍ਰਸ਼ਾਸਨ ਨੂੰ ਲੱਗਿਆ ਕਿ ਟਕਰਾਅ 'ਚ ਦੋਹਰਾ ਪਵਾਂਗੇ, ਉਧਰ ਯੂਨੀਵਰਸਿਟੀ ਇੱਧਰ ਇਹ ਹੈ, ਇਸ ਲਈ ਇਹਨਾਂ ਨੂੰ ਪੰਡਾਲ ਤੱਕ ਆਉਣ ਦਿਓ। ਉਹ ਕਹਿੰਦੇ ਜੀ ਪਰ 34 'ਚ ਤਾਂ ਜੀ ਪਹਿਲਾਂ ਤੋਂ ਹੀ ਸਮਾਗਮ ਚੱਲ ਰਹੇ ਨੇ ਜੀ, ਕੁਝ ਧਾਰਮਿਕ ਸਮਾਗਮ ਨੇ, ਕੁਝ ਮੇਲੇ ਵਾਲਿਆਂ ਨੇ ਥਾਂ ਲਈ ਹੈ ਜੀ, ਕੁਝ ਐਕਟੀਵਿਟੀ ਨੇ ਜੀ, ਇਸ ਲਈ 34 ਨਹੀਂ, ਤੁਸੀਂ 25 ਲਾ ਲਓ ਜੀ। ਉਹ ਕਹਿੰਦੇ ਨਾ 25 ਨਹੀਂ ਅਸੀਂ ਜਾਣਾ, ਫਿਰ ਅਸੀਂ ਮਟਕਾ ਚੌਕ ਚਲੇ ਜਾਂਦੇ ਹਾਂ। ਤੇ ਜਦੋਂ ਇਹ ਸਥਿਤੀ ਬਣ ਲੱਗੀ, ਫਿਰ 43 ਸੈਕਟਰ ਦੇ ਵਿੱਚ ਬੱਸ ਸਟੈਂਡ ਦੇ ਨੇੜੇ ਉਹਨਾਂ ਨੂੰ ਮੈਦਾਨ ਦੇ ਦਿੱਤਾ ਗਿਆ, ਉੱਥੇ ਪਾਰਕਿੰਗ ਲਈ ਵੀ ਖੁੱਲੀ ਥਾਂ ਹੈਗੀ ਆ, ਉੱਥੇ ਕਿਸਾਨ ਅੱਜ ਪਹੁੰਚ ਰਹੇ ਨੇ ਜੀ। ਸੋ ਚੰਡੀਗੜ੍ਹ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਧਰਨੇ ਦਾ ਥਾਂ 43 ਸੈਕਟਰ ਹੈ, ਪਰ ਕੀ ਦੋ ਚੀਜ਼ਾਂ ਚੱਲਣਗੀਆਂ ਜਾਂ ਕਿਸਾਨ ਯੂਨੀਵਰਸਿਟੀ ਕੰਨੀ ਨੂੰ ਕੁਝ ਕਰ ਲੈਣਗੇ, ਜੇ ਇਹ ਵੀ ਨਹੀਂ ਪਤਾ। ਸੋ ਹੋਣਾ ਕੀ ਅੱਜ, ਸੋ ਐਸਕੇਐਮ ਚੰਡੀਗੜ੍ਹ 'ਚ ਦਾਖਲ ਹੈ ਜੀ, ਤੇ ਉਧਰ ਚੰਡੀਗੜ੍ਹ 'ਚ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਅੱਜ ਵੱਡਾ ਜੀ। ਜੀ ਚਲੋ ਦੇਖਦੇ ਹਾਂ ਕੀ ਵਾਪਰਦਾ ਹੈ। ਅਪਡੇਟ ਕੱਲ ਤੱਕ ਆਪਾਂ ਤੁਹਾਡੇ ਨਾਲ ਜਿਹੜੀ ਉਹ ਸਾਂਝ ਪਾਵਾਂਗੇ। ਪੰਜਾਬ ਦੇ ਡੀਜੀਪੀ ਚੋਣ ਕਮਿਸ਼ਨ ਅੱਗੇ ਪੇਸ਼ ਹੋਏ ਜੀ। ਬਿਲਕੁਲ ਜੀ, ਤਰਨਤਾਰਨ ਦੀ ਜਿਮਨੀ ਚੋਣ ਦੇ ਹਵਾਲੇ ਨਾਲ ਚੋਣ ਕਮਿਸ਼ਨ ਨੂੰ ਤਲਬ ਕੀਤਾ ਗਿਆ ਸੀਗਾ। ਸ਼੍ਰੋਮਣੀ ਅਕਾਲੀ ਦਲ ਨੇ ਸ਼ਿਕਾਇਤ ਕੀਤੀ ਸੀ ਕਿ ਸਾਡੇ ਵਰਕਰਾਂ ਨੂੰ, ਸਾਡੇ ਨੁਮਾਇੰਦਿਆਂ ਨੂੰ, ਸਾਡੇ ਪੰਚਾਂ ਸਰਪੰਚਾਂ ਐਮਸੀਆਂ ਨੂੰ ਜਬਰੀ ਚੱਕ ਰਹੀ ਆ ਪੁਲਿਸ, ਝੂਠੇ ਪਰਚੇ ਪਾ ਰਹੀ ਹੈ। ਉਹ ਕਹਿੰਦੇ ਸੱਜੇ ਖੱਬਿਓਂ ਪੁਲਿਸ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਹੜੇ ਤਰਨਤਾਰਨ ਦੀ ਜਿਮਨੀ ਚੋਣ ਦੇ ਖੇਤਰ ਤੋਂ ਵੀ ਬਾਹਰ ਹੈ, ਉੱਥੇ ਜਾਣ ਕੇ ਉਹਦੇ ਪਰਚੇ ਪਾ ਕੇ ਉਹਦੀ ਚੱਕ ਚਕਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਐਸਐਸਪੀ ਜਿਹੜੀ ਉਸ ਸਮੇਂ ਤਰਨਤਾਰਨ ਦੀ ਸੀਗੀ, ਉਸ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀਗਾ। ਮਤਲਬ ਐਸਐਸਪੀ ਰੈਂਕ ਦਾ ਅਧਿਕਾਰੀ ਤੁਹਾਨੂੰ ਸਸਪੈਂਡ ਕਰਨਾ ਪਵੇ ਤੇ ਇੱਕ ਜਿਮਨੀ ਚੋਣ ਦੇ ਹਵਾਲੇ ਨਾਲ ਸੂਬੇ ਦਾ ਡੀਜੀਪੀ ਤਲਬ ਹੋ ਜਾਵੇ, ਤਾਂ ਇਹਦਾ ਮਤਲਬ ਸਵਾਲ ਤਾਂ ਹੈਗਾ। ਉਹ ਕਹਿੰਦੇ ਜੀ 9 ਝੂਠੇ ਪਰਚੇ ਦੀ ਸ਼ਿਕਾਇਤ ਸੀ, ਪਰ ਜਿਹੜੀ ਸੀਲਬੰਦ ਰਿਪੋਰਟ ਮਤਲਬ ਇਹ ਤੋਂ ਪਹਿਲਾਂ ਡੀਜੀਪੀ ਨੇ ਜਿਹੜੀ ਦਿੱਤੀ ਸੀਗੀ, ਰਾਮ ਸਿੰਘ ਹੋਰਾਂ ਨੇ, ਜਿਹੜੇ ਹੈ ਨਾ ਸਪੈਸ਼ਲ ਡੀਜੀਪੀ ਹੋਰਾਂ ਨੇ, ਉਸ ਰਿਪੋਰਟ ਦੇ ਆਧਾਰ ਦੇ ਉੱਤੇ ਹੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਨਹੀਂ ਜੀ, ਇਹ ਕੋਈ ਵਧੀਕੀ ਨਹੀਂ ਹੈ ਜੀ, ਕੋਈ ਧੱਕੇਸ਼ਾਹੀ ਨਹੀਂ ਹੈ ਜੀ, ਇਹ ਇਹਨਾਂ ਦਾ ਰਿਕਾਰਡ ਬਣਦਾ ਸੀ, ਇਹ ਕਾਰਵਾਈ ਦੀ ਲੋੜ ਬਣਦੀ ਸੀ, ਇਹ ਤਾਂ ਕੀਤੀ ਹੈ ਜੀ। ਉਹਨਾਂ ਨੇ ਆਪਣੀ ਕਾਰਵਾਈ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਹੁਣ ਉਹ ਆਪਣਾ ਪੱਖ ਰੱਖਾ ਹੀ ਨਹੀਂ ਚੋਣ ਕਮਿਸ਼ਨ ਦੇ ਅੱਗੇ। ਹੁਣ ਦੇਖਦੇ ਹਾਂ ਚੋਣ ਕਮਿਸ਼ਨ ਇਹਦੇ ਤੇ ਕੀ ਫੈਸਲਾ ਲੈਂਦਾ, ਪਰ ਇਹ ਸਰਕਾਰ ਲਈ ਮਤਲਬ ਕਿ ਇੱਕ ਨਾ ਇੱਕ ਫਜ਼ੀਅਤ ਵਾਲਾ ਪਹਿਲੂ ਹੁੰਦਾ ਕਿ ਇੱਕ ਜਿਮਨੀ ਚੋਣ ਦੇ ਵਿੱਚ ਵੀ ਤੁਹਾਡੀ ਇਹ ਸਥਿਤੀ ਹੋਵੇ ਤੇ ਓਵਰਆਲ ਪੁਲਿਸ ਤੰਤਰ ਕਿਵੇਂ ਚਲਾਉਂਦਾ ਸਭ ਨੂੰ ਪਤਾ ਹੈ। ਜਿਹੜੇ ਅਕਾਲੀ ਸ਼ਿਕਾਇਤ ਕਰਨ ਗਏ ਨੇ ਉਹਨਾਂ ਨੇ ਵੀ ਇਹਦੀ ਵਰਤੋਂ ਕੀਤੀ ਹੈ, ਜਿਹੜੇ ਵਿਰੋਧੀ ਧਿਰ 'ਚ ਬੈਠੇ ਕਾਂਗਰਸ ਉਹਨਾਂ ਨੇ ਵੀ ਇਹਦੀ ਵਰਤੋਂ ਕੀਤੀ ਹੈ ਇਸ ਤੰਤਰ ਜੰਤਰ ਦੀ, ਤੇ ਹੁਣ ਵਾਲੀ ਸੱਤਾਧਾਰੀ ਧਿਰ ਤਾਂ ਜਮਾਂ ਹੀ ਬੇਸ਼ਰਮੀ ਨਾਲ ਵਰਤੋਂ ਕਰ ਰਹੀ ਹੈ ਜੀ। ਸੋ ਇਸ ਲਈ ਹੁਣ ਦੇਖਦੇ ਹਾਂ ਜੀ, ਡੀਜੀਪੀ ਤਲਬ ਵੀ ਹੋ ਗਿਆ, ਆਪਣਾ ਪੱਖ ਵੀ ਰੱਖਿਆ, ਤੇ ਉਹ ਤੋਂ ਬਾਅਦ ਉਹਨਾਂ ਨੇ ਵਿਸਤਾਰ ਤੇ ਇਹਨਾਂ ਤੋਂ ਵੀ ਰਿਪੋਰਟ ਮੰਗੀ ਹੈ, ਤੇ ਉਹ ਤੋਂ ਬਾਅਦ ਹੋ ਸਕਦਾ ਜੀ ਚੋਣ ਕਮਿਸ਼ਨ ਕੋਈ ਅਗਲਾ ਐਕਸ਼ਨ ਲਵੇ ਜੀ। ਦੀਪਕ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਅਹਿਮ ਖਬਰਾਂ, ਇਹਨਾਂ ਅਹਿਮ ਜਾਣਕਾਰੀਆਂ ਦੇ ਤਫਸੀਰ ਦੇ ਵਿੱਚ ਤੁਸੀਂ ਜਾਣਕਾਰੀ ਦਿੱਤੀ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।